ਅੱਜ ਅਸੀਂ ਕਰਾਂਗੇ ਸ਼ਬਦ ਬੋਧ। ਸ਼ਬਦ ਭਾਸ਼ਾ ਦੀ ਸਭ ਤੋਂ ਛੋਟੀ ਅਤੇ ਅਰਥਯੁਕਤ ਇਕਾਈ। ਅੱਖਰਾਂ ਦੇ ਮੇਲ ਤੋਂ ਸ਼ਬਦ ਬਣਦੇ ਹਨ। ਸ਼ਬਦ ਬੋਧ ਰਾਹੀਂ ਸਾਨੂੰ ਅੱਖਰਾਂ ਅਤੇ ਲਗਾਂ ਦੇ ਸਹੀ ਮੇਲ ਨਾਲ ਸ਼ਬਦਾਂ ਦੇ ਨਿਰਮਾਣ ਦੀ ਜਾਣਕਾਰੀ ਮਿਲਦੀ ਹੈ। ਸ਼ਬਦ ਭਾਸ਼ਾ ਦੀ ਸਭ ਤੋਂ ਛੋਟੀ ਅਤੇ ਅਰਥਯੁਕਤ ਇਕਾਈ ਹੈ। ਸ਼ਬਦਾਂ ਦਾ ਵਰਗੀਕਰਨ। ਸ਼ਬਦ 8 ਪ੍ਰਕਾਰ ਦੇ ਹੁੰਦੇ ਹਨ। ਨਾਂਵ, ਪੜ੍ਹਨਾਂਵ, ਕਿਰਿਆ ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ। ਹੁਣ ਅਸੀਂ ਇਹਨਾਂ ਨੂੰ ਐਕਸਪਲੇਨ ਕਰਾਂਗੇ। ਫਸਟ, ਨਾਂਵ ਕਿਸੇ ਵਿਅਕਤੀ, ਸਥਾਨ, ਜੀਵ, ਵਸਤੂ, ਹਾਲਤ, ਗੁਣ, ਭਾਵ, ਕੰਮ ਆਦਿ ਦੇ ਨਾਂ ਨੂੰ ਨਾਂਵ ਕਿਹਾ ਜਾਂਦਾ ਹੈ। ਜਿਵੇਂ ਬਲਜੀਤ, ਜਲੰਧਰ, ਬਲਦ, ਪੈਨਸਿਲ, ਗਰਮੀ, ਅਮੀਰੀ, ਪਿਆਸ ਆਦਿ। ਨਾਂਵ 5 ਪ੍ਰਕਾਰ ਦੇ ਹੁੰਦੇ ਹਨ। ਫਸਟ, ਨਿਜਵਾਚਕ ਨਾਂਵ, ਜਿਹਨੂੰ ਅਸੀਂ ਖਾਸ ਨਾਂਵ ਵੀ ਕਹਿ ਸਕਦੇ ਹਾਂ। ਜਿਹੜੇ ਸ਼ਬਦ ਤੋਂ ਸਾਨੂੰ ਕਿਸੇ ਖਾਸ ਵਿਅਕਤੀ, ਖਾਸ ਜੀਵ, ਖਾਸ ਥਾਂ ਜਾਂ ਖਾਸ ਵਸਤੂ ਦਾ ਗਿਆਨ ਹੁੰਦਾ ਹੈ, ਉਸਨੂੰ ਨਿਜਵਾਚਕ ਨਾਂਵ ਜਾਂ ਖਾਸ ਨਾਂਵ ਕਿਹਾ ਜਾਂਦਾ ਹੈ। ਜਿਵੇਂ ਮਹਾਰਾਜਾ ਰਣਜੀਤ ਸਿੰਘ, ਅੰਮ੍ਰਿਤਸਰ, ਸਤਲੁਜ, ਗੁਰੂ ਗੋਬਿੰਦ ਸਿੰਘ ਜੀ ਆਦਿ। ਜਾਤੀਵਾਚਕ ਨਾਂਵ ਜਾਂ ਆਮ ਨਾਂਵ, ਜਿਹੜੇ ਸ਼ਬਦ ਤੋਂ ਜੀਵ ਅਤੇ ਗਿਣਨਯੋਗ ਵਸਤੂਆਂ ਦੀ ਸਾਰੀ ਸ਼੍ਰੇਣੀ ਜਾਂ ਜਾਤੀ ਅਤੇ ਉਸ ਸ਼੍ਰੇਣੀ ਦੇ ਹਰੇਕ ਜੀਵ ਜਾਂ ਵਸਤੂ ਦਾ ਗਿਆਨ ਹੋਵੇ, ਉਸਨੂੰ ਜਾਤੀਵਾਚਕ ਨਾਂਵ ਵੀ ਕਿਹਾ ਜਾਂਦਾ ਹੈ ਅਤੇ ਆਮ ਨਾਂਵ ਵੀ ਕਿਹਾ ਜਾਂਦਾ ਹੈ। ਜਿਵੇਂ ਮਨੁੱਖ, ਪਸ਼ੂ, ਸ਼ਹਿਰ, ਦਰਿਆ, ਪੁਸਤਕ, ਫੁੱਲ ਆਦਿ। ਸਮੂਹਵਾਚਕ ਨਾਂਵ ਅਤੇ ਇਸਨੂੰ ਇਕੱਠਵਾਚਕ ਨਾਂਵ ਵੀ ਕਿਹਾ ਜਾਂਦਾ ਹੈ। ਜਿਹੜਾ ਸ਼ਬਦ ਵਿਅਕਤੀਆਂ, ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਇਕੱਠ ਜਾਂ ਸਮੂਹ ਲਈ ਵਰਤਿਆ ਜਾਵੇ, ਉਸਨੂੰ ਸਮੂਹਵਾਚਕ ਜਾਂ ਇਕੱਠਵਾਚਕ ਨਾਂਵ ਕਿਹਾ ਜਾਂਦਾ ਹੈ। ਜਿਵੇਂ ਫੌਜ, ਸ਼੍ਰੇਣੀ, ਟੀਮ, ਟੋਲੀ, ਜਥਾ, ਡਾਰ ਆਦਿ। ਪਦਾਰਥਵਾਚਕ ਨਾਂਵ ਜਾਂ ਵਸਤੂਵਾਚਕ ਨਾਂਵ, ਜਿਹੜੇ ਸ਼ਬਦ ਤੋਂ ਕਿਸੇ ਤੋਲੇ, ਮਿਣੇ ਜਾਂ ਹਾੜੇ ਜਾ ਸਕਣ ਵਾਲੇ ਪਦਾਰਥ ਦਾ ਗਿਆਨ ਹੋਵੇ, ਉਸਨੂੰ ਪਦਾਰਥਵਾਚਕ ਨਾਂਵ ਕਹਿੰਦੇ ਹਨ। ਜਿਵੇਂ ਰੇਤ, ਪੱਥਰ, ਸ਼ੱਕਰ, ਗੁੜ, ਦੁੱਧ, ਪਾਣੀ, ਤੇਲ, ਸੋਨਾ, ਲੋਹਾ, ਕਣਕ, ਚੌਲ ਆਦਿ। ਭਾਵਵਾਚਕ ਨਾਂਵ, ਭਾਵ ਤੋਂ ਭਾਵ ਹੈ ਫੀਲ, ਜਿਹੜੇ ਸ਼ਬਦ ਤੋਂ ਕਿਸੇ ਗੁਣ, ਹਾਲਤ, ਭਾਵ ਆਦਿ ਦਾ ਗਿਆਨ ਹੋਵੇ, ਉਸਨੂੰ ਭਾਵਵਾਚਕ ਨਾਂਵ ਕਹਿੰਦੇ ਹਨ। ਜਿਵੇਂ ਗੁਲਾਮੀ, ਅਮੀਰੀ, ਗਰੀਬੀ, ਬਿਮਾਰੀ, ਸੁੰਦਰਤਾ, ਸਿਹਤ, ਖੁਸ਼ੀ, ਪੀੜ, ਬਚਪਨ, ਬੁਢਾਪਾ, ਪਿਆਰ ਆਦਿ। ਨੈਕਸਟ, ਪੜ੍ਹਨਾਂਵ, ਜਿਹੜਾ ਸ਼ਬਦ ਕਿਸੇ ਨਾਂਵ ਦੀ ਥਾਂ ਵਰਤਿਆ ਜਾਵੇ, ਉਸਨੂੰ ਪੜ੍ਹਨਾਂਵ ਆਖਦੇ ਹਨ। ਜਿਵੇਂ ਮੈਂ, ਤੂੰ, ਉਹ, ਤੁਸੀਂ ਆਦਿ। ਪੜ੍ਹਨਾਂਵ 6 ਪ੍ਰਕਾਰ ਦੇ ਹੁੰਦੇ ਹਨ। ਫਸਟ, ਪੁਰਖਵਾਚਕ ਪੜ੍ਹਨਾਂਵ। ਪੁਰਖਵਾਚਕ ਪੜ੍ਹਨਾਂਵ ਆਪਸ ਵਿੱਚ ਗੱਲ ਕਰਦੇ ਹੋਏ ਅਸੀਂ ਆਪਣਾ ਜਾਂ ਦੂਜੇ ਦਾ ਨਾਂ ਲੈਣ ਦੀ ਥਾਂ ਜਿਹੜੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਉਸਨੂੰ ਪੁਰਖਵਾਚਕ ਪੜ੍ਹਨਾਂਵ ਕਹਿੰਦੇ ਹਨ। ਪੁਰਖਵਾਚਕ ਪੜ੍ਹਨਾਂਵ ਵੀ ਅੱਗੋਂ 3 ਪ੍ਰਕਾਰ ਦੇ ਹੁੰਦੇ ਹਨ। ਉੱਤਮ ਪੁਰਖ, ਮੱਧਮ ਪੁਰਖ ਅਤੇ ਅਨਯ ਪੁਰਖ। ਉੱਤਮ ਪੁਰਖ, ਜੋ ਵਿਅਕਤੀ ਗੱਲ ਕਰ ਰਿਹਾ ਹੋਵੇ, ਉਸਨੂੰ ਉੱਤਮ ਪੁਰਖ ਕਿਹਾ ਜਾਂਦਾ ਹੈ ਅਤੇ ਜਿਸ ਨਾਲ ਗੱਲ ਕਰ ਰਿਹਾ ਹੋਵੇ, ਉਸਨੂੰ ਮੱਧਮ ਪੁਰਖ ਕਿਹਾ ਜਾਂਦਾ ਹੈ ਅਤੇ ਜਿਸ ਬਾਰੇ ਗੱਲ ਕਰ ਰਿਹਾ ਹੋਵੇ, ਉਸਨੂੰ ਅਨਯ ਪੁਰਖ ਕਿਹਾ ਜਾਂਦਾ ਹੈ। ਨਿਜਵਾਚਕ ਪੜ੍ਹਨਾਂਵ, ਗੱਲਬਾਤ ਵਿੱਚ ਗੱਲ ਕਰਨ ਵਾਲੇ ਦੀ ਥਾਂ ਵਰਤਿਆ ਜਾਣ ਵਾਲਾ ਪੜ੍ਹਨਾਂਵ, ਜਿਹੜਾ ਗੱਲ ਕਰਨ ਵਾਲੇ ਨੂੰ ਵਿਸ਼ੇਸ਼ਤਾ ਪ੍ਰਦਾਨ ਕਰੇ, ਉਸਨੂੰ ਨਿਜਵਾਚਕ ਪੜ੍ਹਨਾਂਵ ਕਹਿੰਦੇ ਹਨ। ਜਿਵੇਂ ਮੈਂ ਆਪ ਉਸਨੂੰ ਛੱਡ ਆਵਾਂਗਾ। ਇਸ ਦੀਆਂ ਹੋਰ ਉਦਾਹਰਨਾਂ ਹੋ ਸਕਦੀਆਂ ਹਨ। ਖੁਦ, ਆਪ, ਆਪਣਾ, ਆਪਸ ਆਦਿ।
ਨਿਸ਼ਚੈ ਵਾਚਕ ਪੜ੍ਹਨਾਂਵ, ਜਿਹੜੇ ਸ਼ਬਦ ਵਿੱਚ ਅਸੀਂ ਦੂਰ ਨੇੜੇ ਦੀਆਂ ਚੀਜ਼ਾਂ ਵੱਲ ਸੰਕੇਤ ਕਰਕੇ ਇੱਕ ਨਿਸ਼ਚਿਤ ਤਰੀਕੇ ਨਾਲ ਦੱਸੀਏ ਕਿ ਅਸੀਂ ਉਸ ਚੀਜ਼ ਬਾਰੇ ਗੱਲ ਕਰ ਰਹੇ ਹਾਂ, ਉਸਨੂੰ ਨਿਸ਼ਚੈਵਾਚਕ ਪੜ੍ਹਨਾਂਵ ਕਹਿੰਦੇ ਹਨ। ਜਿਵੇਂ ਇਹ, ਉਹ, ਉਹ, ਅਹਿਮ। ਜਿਵੇਂ ਉਹ ਡਿੱਗ ਪਿਆ, ਇਹ ਸੜਕ ਬਹੁਤ ਚੰਗੀ ਹੈ ਆਦਿ। ਅਨਿਸ਼ਚੈਵਾਚਕ ਪੜ੍ਹਨਾਂਵ, ਨਾਂਵ ਸ਼ਬਦ ਦੀ ਥਾਂ ਵਰਤੇ ਜਾਣ ਵਾਲੇ ਜਿਹੜੇ ਪੜ੍ਹਨਾਂਵ ਸ਼ਬਦ ਤੋਂ ਕਿਸੇ ਵਿਅਕਤੀ, ਜੀਵ, ਵਸਤੂ, ਸਥਾਨ ਆਦਿ ਦਾ ਸਪਸ਼ਟ ਜਾਂ ਨਿਸ਼ਚਿਤ ਗਿਆਨ ਨਾ ਹੋਵੇ, ਉਸਨੂੰ ਅਨਿਸ਼ਚੈਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਕਈ, ਕੋਈ, ਕੁਝ, ਸਾਰੇ, ਵਿਰਲਾ, ਅਨੇਕ, ਬਹੁਤ, ਥੋੜ੍ਹਾ ਆਦਿ। ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਇਸ ਦੁਨੀਆ ਵਿੱਚ ਅਨੇਕ ਬੇਰੁਜ਼ਗਾਰ ਹਨ। ਸੰਬੰਧਵਾਚਕ ਪੜ੍ਹਨਾਂਵ, ਜਿਹੜਾ ਸ਼ਬਦ ਹੋਵੇ ਤਾਂ ਪੜ੍ਹਨਾਂਵ ਪਰ ਯੋਜਕਾਂ ਵਾਂਗੂ ਸ਼ਬਦਾਂ ਨੂੰ ਜਾਂ ਵਾਕਾਂ ਨੂੰ ਜੋੜਨ ਦਾ ਕੰਮ ਕਰੇ। ਜਿਵੇਂ ਜਿਹੜਾ, ਜੋ, ਸੋ ਆਦਿ। ਜਿਵੇਂ ਅਸੀਂ ਕਹਿ ਸਕਦੇ ਹਾਂ ਜੋ ਕਰੇਗਾ ਸੋ ਭਰੇਗਾ, ਜਾਂ ਮੇਰੀ ਇੱਕ ਜਮਾਤ ਹੈ ਜਿਹੜਾ ਹਰ ਵੇਲੇ ਪੜ੍ਹਦਾ ਰਹਿੰਦਾ ਹੈ। ਪ੍ਰਸ਼ਨਵਾਚਕ ਪੜ੍ਹਨਾਂਵ, ਅਜਿਹਾ ਸ਼ਬਦ ਜੋ ਪੜ੍ਹਨਾਂਵ ਵੀ ਹੋਵੇ ਅਤੇ ਪ੍ਰਸ਼ਨ ਪੁੱਛਣ ਦਾ ਕੰਮ ਵੀ ਕਰੇ। ਜਿਵੇਂ ਕੌਣ, ਕਿਹੜਾ, ਕੀ, ਕਿਹਨੂੰ ਆਦਿ। ਜਿਵੇਂ ਕੌਣ ਰੌਲਾ ਪਾ ਰਿਹਾ ਸੀ। ਨੈਕਸਟ, ਕਿਰਿਆ, ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣ ਜਾਂ ਕਰਨ ਦਾ ਪਤਾ ਲੱਗਦਾ ਹੈ, ਉਸਨੂੰ ਕਿਰਿਆ ਆਖਦੇ ਹਨ। ਜਿਵੇਂ ਗਿਆ, ਆਵਾਂਗਾ, ਸੌਂਦਾ, ਪੜ੍ਹੋ ਆਦਿ। ਕਿਰਿਆ ਦੀ ਵੰਡ 4 ਤਰ੍ਹਾਂ ਕੀਤੀ ਜਾਂਦੀ ਹੈ। ਜਿਵੇਂ ਪਹਿਲੀ ਪ੍ਰਕਾਰ ਦੀ ਵੰਡ ਆਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਆਕਰਮਕ ਦਾ ਅਰਥ ਹੈ ਬਿਨਾਂ ਕਰਮ ਤੋਂ, ਅਜਿਹੀ ਕਿਰਿਆ ਜਿਸ ਦਾ ਕੋਈ ਕਰਮ ਨਾ ਹੋਵੇ, ਜਿਸ ਦਾ ਪ੍ਰਭਾਵ ਕੇਵਲ ਕਰਤਾ ਤੱਕ ਹੀ ਰਹੇ। ਜਿਵੇਂ ਬਾਲ ਹੱਸਦਾ ਹੈ, ਪੰਛੀ ਉੱਡਦਾ ਹੈ, ਮੀਂਹ ਵਰਦਾ ਹੈ ਆਦਿ। ਸਕਰਮਕ ਕਿਰਿਆ, ਜਿਸ ਕਿਰਿਆ ਦਾ ਕੋਈ ਅਰਥ ਹੁੰਦਾ ਹੈ, ਜਿਸ ਦਾ ਪ੍ਰਭਾਵ ਕਰਤਾ 'ਤੇ ਪੈਂਦਾ ਹੈ, ਉਸਨੂੰ ਸਕਰਮਕ ਕਿਰਿਆ ਕਹਿੰਦੇ ਹਨ। ਜਿਵੇਂ ਅਧਿਆਪਕ ਜੀ ਅਖਬਾਰ ਪੜ੍ਹਦੇ ਹਨ, ਮਾਤਾ ਜੀ ਰੋਟੀ ਪਕਾਉਂਦੇ ਹਨ। ਦੂਜੀ ਪ੍ਰਕਾਰ ਦੀ ਵੰਡ ਸਧਾਰਨ ਕਿਰਿਆ, ਉਹ ਕਿਰਿਆ ਜਿਸ ਵਿੱਚ ਕਰਤਾ ਆਪ ਕਰਮ ਕਰਦਾ ਹੈ। ਪ੍ਰੇਰਨਾਰਥਕ ਕਿਰਿਆ, ਜਿਸ ਵਿੱਚ ਕਰਤਾ ਦੂਸਰੇ ਵਿਅਕਤੀ ਨੂੰ ਕਹਿ ਕੇ ਕਿਰਿਆ ਕਰਵਾਉਂਦਾ ਹੈ। ਦੋਹਰੀ ਪ੍ਰੇਰਨਾਰਥਕ ਕਿਰਿਆ, ਜਿਸ ਵਿੱਚ ਕਰਤਾ ਦੂਸਰੇ ਵਿਅਕਤੀ ਨੂੰ ਕਹਿ ਰਿਹਾ ਹੁੰਦਾ ਕਿ ਤੀਸਰੇ ਵਿਅਕਤੀ ਕੋ ਕਿਰਿਆ ਕਰਵਾਉਣ ਲਈ, ਉਸਨੂੰ ਦੋਹਰੀ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਤੀਜੀ ਪ੍ਰਕਾਰ ਦੀ ਵੰਡ ਇਕਹਿਰੀ ਕਿਰਿਆ, ਜਿਸ ਵਾਕ ਵਿੱਚ ਕੇਵਲ ਇੱਕ ਹੀ ਕਿਰਿਆ ਬਾਰੇ ਗੱਲ ਕੀਤੀ ਜਾਵੇ। ਸੰਯੁਕਤ ਕਿਰਿਆ, ਜਿਸ ਵਿੱਚ 2 ਜਾਂ 2 ਤੋਂ ਵਧੇਰੇ ਕਿਰਿਆਵਾਂ ਬਾਰੇ ਗੱਲ ਕੀਤੀ ਜਾਵੇ, ਉਸਨੂੰ ਸੰਯੁਕਤ ਕਿਰਿਆ ਕਹਿੰਦੇ ਹਨ। ਚੌਥੀ ਪ੍ਰਕਾਰ ਦੀ ਵੰਡ ਮੂਲ ਕਿਰਿਆ ਅਤੇ ਸਹਾਇਕ ਕਿਰਿਆ। ਮੂਲ ਕਿਰਿਆ ਉਹ ਕਿਰਿਆ ਹੁੰਦੀ ਹੈ ਜੋ ਵਾਕ ਵਿੱਚ ਕਰਮ ਕੀਤਾ ਜਾ ਰਿਹਾ ਹੋਵੇ, ਅਤੇ ਸਹਾਇਕ ਕਿਰਿਆ ਜੋ ਕਿਰਿਆ ਦੀ ਸਹਾਇਤਾ, ਜੋ ਵਾਕ ਨੂੰ ਪੂਰਨ ਕਰਨ ਲਈ ਵਾਕ ਸ਼ਬਦ ਦੀ ਵਰਤੋਂ ਕੀਤੀ ਜਾਵੇ, ਉਸਨੂੰ ਸਹਾਇਕ ਕਿਰਿਆ ਕਹਿੰਦੇ ਹਨ। ਜਿਵੇਂ ਮਾਤਾ ਜੀ ਮੰਜੇ ਉੱਤੇ ਬੈਠੇ, ਬੈਠੇ ਮੂਲ ਕਿਰਿਆ ਹੈ। ਮਾਤਾ ਜੀ ਮੰਜੇ ਉੱਤੇ ਬੈਠੇ ਹਨ, ਹਨ ਸਹਾਇਕ ਕਿਰਿਆ ਹੈ। ਨੈਕਸਟ, ਵਿਸ਼ੇਸ਼ਣ, ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜ੍ਹਨਾਂਵ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਪ੍ਰਗਟ ਕਰੇ, ਉਸਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਕਾਲਾ, ਗੋਰਾ, 18, ਸਾਊ, ਮੋਟਾ ਆਦਿ। ਵਿਸ਼ੇਸ਼ਣ 5 ਪ੍ਰਕਾਰ ਦੇ ਹੁੰਦੇ ਹਨ। ਫਸਟ, ਗੁਣਵਾਚਕ ਵਿਸ਼ੇਸ਼ਣ, ਜੋ ਗੁਣ, ਔਗੁਣ, ਆਕਾਰ, ਅਵਸਥਾ ਆਦਿ ਨੂੰ ਦੱਸੇ, ਉਸਨੂੰ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਨੇਕ ਕੁੜੀ, ਮੋਟਾ ਕੱਪੜਾ, ਬੁਰੀ ਆਦਤ, ਪੇਂਡੂ ਲੋਕ। ਇਹਨਾਂ ਸ਼ਬਦਾਂ ਵਿੱਚ ਜੋ ਲਾਲ ਰੰਗ ਨਾਲ ਲਿਖਿਆ ਗਿਆ ਹੈ ਉਹ ਗੁਣਵਾਚਕ ਵਿਸ਼ੇਸ਼ਣ ਹਨ।
ਸੰਖਿਆਵਾਚਕ ਵਿਸ਼ੇਸ਼ਣ, ਜੋ ਸ਼ਬਦ ਗਿਣਤੀ ਦਾ ਗਿਆਨ ਕਰਾਵੇ ਉਸਨੂੰ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਇੱਕ ਕੁੜੀ, ਕਈ ਕੱਪੜੇ, ਚੋਹਰਾ ਰੱਸਾ, ਅਨੇਕ ਲੋਕ। ਪਰਿਮਾਣਵਾਚਕ ਵਿਸ਼ੇਸ਼ਣ, ਜੋ ਸ਼ਬਦ ਮਿਣਤੀ, ਤੋਲ, ਮਾਪ ਆਦਿ ਦਾ ਗਿਆਨ ਕਰਾਵੇ ਉਸਨੂੰ ਪਰਿਮਾਣਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਬਹੁਤ, ਕਿਲੋ, ਕਾਫੀ, ਬਥੇਰਾ, ਗਿੱਠ ਆਦਿ। ਨਿਸ਼ਚੈਵਾਚਕ ਵਿਸ਼ੇਸ਼ਣ, ਜੋ ਸ਼ਬਦ ਨਿਸ਼ਚੈ ਨਾਲ ਸੰਕੇਤ ਕਰਕੇ ਆਮ ਤੋਂ ਵਿਸ਼ੇਸ਼ ਬਣਾਵੇ ਉਸਨੂੰ ਨਿਸ਼ਚੈਵਾਚਕ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਇਹ ਸਾਡਾ ਘਰ ਹੈ, ਉਹ ਪਿੰਡ ਸੁਜਾਨਪੁਰ ਹੈ। ਪੜ੍ਹਨਾਵੀ ਵਿਸ਼ੇਸ਼ਣ, ਜੋ ਸ਼ਬਦ ਪੜ੍ਹਨਾਂਵ ਹੋ ਕੇ ਵਿਸ਼ੇਸ਼ਣ ਦਾ ਕੰਮ ਦਿੰਦਾ ਹੈ ਉਸਨੂੰ ਪੜ੍ਹਨਾਵੀ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਮੇਰੀ ਕਿਤਾਬ ਮੇਰੇ ਕੋਲ ਹੈ, ਤੇਰੀ ਕਿਤਾਬ ਤੇਰੇ ਕੋਲ ਹੈ। ਫਿਰ ਝਗੜਾ ਕਾਹਦਾ। ਨੈਕਸਟ, ਕਿਰਿਆ ਵਿਸ਼ੇਸ਼ਣ, ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਉਸਨੂੰ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਹੌਲੀ, ਤੇਜ਼, ਅੱਗੇ, ਇੱਥੇ ਆਦਿ। ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੇ ਹੁੰਦੇ ਹਨ। ਫਸਟ, ਕਾਲਵਾਚਕ ਕਿਰਿਆ ਵਿਸ਼ੇਸ਼ਣ, ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਮੇਂ ਦਾ ਪਤਾ ਲੱਗਦਾ ਹੈ ਉਸਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਅੱਜ, ਕੱਲ੍ਹ, ਪਰਸੋਂ, ਹੁਣੇ, ਤੁਰੰਤ, ਭਲਕੇ, 5 ਵਜੇ, ਐਤਵਾਰ ਨੂੰ। ਨੈਕਸਟ, ਸਥਾਨਵਾਚਕ ਕਿਰਿਆ ਵਿਸ਼ੇਸ਼ਣ, ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗਦਾ ਹੈ ਉਸਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਇੱਥੇ, ਉੱਥੇ, ਅੰਦਰ, ਬਾਹਰ, ਹੇਠਾਂ, ਉੱਤੇ, ਸੱਜੇ, ਖੱਬੇ, ਬਠਿੰਡੇ, ਘਰ, ਸ਼ਹਿਰ ਆਦਿ। ਨੈਕਸਟ, ਪ੍ਰਕਾਰ ਜਾਂ ਵਿਧੀਵਾਚਕ ਕਿਰਿਆ ਵਿਸ਼ੇਸ਼ਣ, ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਢੰਗ, ਤਰੀਕੇ ਜਾਂ ਪ੍ਰਕਾਰ ਦਾ ਪਤਾ ਲੱਗਦਾ ਹੈ ਉਸਨੂੰ ਪ੍ਰਕਾਰ ਜਾਂ ਵਿਧੀਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਇਸ ਤਰ੍ਹਾਂ, ਉਸ ਤਰ੍ਹਾਂ, ਹੌਲੀ, ਛੇਤੀ, ਸਹਿਜੇ, ਰੁਕ ਰੁਕ ਕੇ ਆਦਿ। ਕਾਰਨਵਾਚਕ ਕਿਰਿਆ ਵਿਸ਼ੇਸ਼ਣ, ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਕੀਤੇ ਜਾਂ ਨਾ ਕੀਤੇ ਜਾਣ ਦੇ ਕਾਰਨ ਦਾ ਪਤਾ ਲੱਗਦਾ ਹੈ ਉਸਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਕਿਉਂ, ਕਿਉਂਕਿ, ਕਿ ਇਸ ਲਈ, ਇਸ ਕਰਕੇ, ਕਿੱਦਾਂ, ਕਿਵੇਂ ਆਦਿ। ਨੈਕਸਟ, ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ, ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕਿਰਿਆ ਦੇ ਪਰਿਮਾਣ ਜਾਂ ਮਿਣਤੀ ਦਾ ਪਤਾ ਲੱਗਦਾ ਹੈ ਉਸਨੂੰ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਥੋੜ੍ਹਾ, ਬਹੁਤ, ਇੰਨਾ, ਓਨਾ, ਕਿੰਨਾ, ਜਰਾਖ ਆਦਿ। ਨੈਕਸਟ, ਸੰਖਿਆਵਾਚਕ ਕਿਰਿਆ ਵਿਸ਼ੇਸ਼ਣ, ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਵਾਰੀ ਜਾਂ ਦੁਹਰਾਓ ਦਾ ਪਤਾ ਲੱਗਦਾ ਹੈ ਉਸਨੂੰ ਸੰਖਿਆਵਾਚਕ ਵਿਸ਼ੇਸ਼ਣ ਆਖਦੇ ਹਨ। ਜਿਵੇਂ ਇੱਕ ਵਾਰ, ਕਈ ਵਾਰ, ਦੁਬਾਰਾ, ਵਾਰ-ਵਾਰ, ਘੜੀ ਮੁੜੀ ਆਦਿ। ਨੈਕਸਟ, ਨਿਰਣਾਵਾਚਕ ਕਿਰਿਆ ਵਿਸ਼ੇਸ਼ਣ, ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਨਿਰਣੇ ਦੇ ਰੂਪ ਵਿੱਚ ਕੋਈ ਸੂਚਨਾ ਮਿਲੇ ਉਸਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਹਾਂ, ਨਾ, ਹਾਂਜੀ, ਆਹੋ ਜੀ, ਚੰਗਾ ਜੀ ਆਦਿ। ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ, ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਬਾਰੇ ਨਿਸ਼ਚੈ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਜ਼ਰੂਰ, ਬੇਸ਼ੱਕ, ਬਿਲਕੁਲ, ਠੀਕ, ਹਾਂਜੀ ਆਦਿ। ਨੈਕਸਟ ਬੇਟਾ, ਸੰਬੰਧਕ, ਜਿਹੜਾ ਸ਼ਬਦ ਨਾਂਵ, ਪੜ੍ਹਨਾਂਵ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਕਿਸੇ ਦੂਸਰੇ ਸ਼ਬਦ ਨਾਲ ਸੰਬੰਧ ਸਪਸ਼ਟ ਕਰਦਾ ਹੈ ਉਸਨੂੰ ਸੰਬੰਧਕ ਕਹਿੰਦੇ ਹਨ। ਜਿਵੇਂ ਦਾ, ਦੇ, ਦੀ, ਨੇ, ਨੂੰ, ਕੋਲ ਆਦਿ। ਰੂਪ ਦੇ ਆਧਾਰ ਤੇ ਸੰਬੰਧਕ 2 ਪ੍ਰਕਾਰ ਦੇ ਹੁੰਦੇ ਹਨ। ਵਿਕਾਰੀ ਸੰਬੰਧਕ ਸ਼ਬਦ,
ਉਹ ਸੰਬੰਧਕ ਜਿਨ੍ਹਾਂ ਦੇ ਰੂਪ ਵਿੱਚ ਤਬਦੀਲੀ ਆ ਜਾਂਦੀ ਹੈ ਉਹਨਾਂ ਨੂੰ ਵਿਕਾਰੀ ਸੰਬੰਧਕ ਰੂਪ ਸ਼ਬਦ ਕਹਿੰਦੇ ਹਨ। ਜਿਵੇਂ ਦਾ, ਦੇ, ਦੀ, ਦੀਆਂ, ਕੋਲ, ਨਾਲ, ਵਿੱਚ, ਨੇੜੇ, ਸਾਹਮਣੇ ਆਦਿ। ਨੈਕਸਟ ਵਿਕਾਰੀ ਸੰਬੰਧਕ ਸ਼ਬਦ ਉਹ ਸੰਬੰਧਕ ਜਿਨ੍ਹਾਂ ਦੇ ਰੂਪ ਵਿੱਚ ਤਬਦੀਲੀ ਨਹੀਂ ਹੁੰਦੀ, ਭਾਵ ਰੂਪ ਸਥਿਰ ਰਹਿੰਦੇ ਹਨ, ਉਹਨਾਂ ਨੂੰ ਅਵਿਕਾਰੀ ਸੰਬੰਧਕ ਸ਼ਬਦ ਕਹਿੰਦੇ ਹਨ। ਜਿਵੇਂ ਨੇ, ਨੂੰ, ਤੋਂ, ਲਈ, ਰਾਹੀਂ, ਦੁਆਰਾ, ਵਾਸਤੇ ਆਦਿ। ਨੈਕਸਟ ਯੋਜਕ, ਜਿਹੜਾ ਸ਼ਬਦ ਦੋ ਵਾਕੰਸ਼ਾਂ, ਉਪਵਾਕਾਂ ਅਤੇ ਵਾਕਾਂ ਨੂੰ ਜੋੜਦਾ ਹੈ ਉਸਨੂੰ ਯੋਜਕ ਕਹਿੰਦੇ ਹਨ। ਜਿਵੇਂ ਕਿਉਂਕਿ, ਨਾਲੇ, ਜਾਂ, ਭਾਵੇਂ, ਕਿ, ਅਤੇ, ਸਗੋਂ, ਪਰ ਆਦਿ। ਯੋਜਕ ਕਾਰਜ ਦੇ ਆਧਾਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ। ਸਮਾਨ ਯੋਜਕ, ਜਿਹੜਾ ਯੋਜਕ ਸਮਾਨ ਜਾਂ ਬਰਾਬਰ ਦੇ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਨੂੰ ਜੋੜੇ ਉਸਨੂੰ ਸਮਾਨ ਯੋਜਕ ਕਹਿੰਦੇ ਹਨ। ਜਿਵੇਂ ਤੇ, ਨਾਲੇ, ਪਰ, ਅਤੇ, ਫਿਰ ਵੀ, ਜਾਂ ਆਦਿ। ਅਧੀਨ ਯੋਜਕ, ਜਿਹੜਾ ਯੋਜਕ ਕੇਵਲ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਦਾ ਹੈ ਉਸਨੂੰ ਅਧੀਨ ਯੋਜਕ ਕਹਿੰਦੇ ਹਨ। ਜਿਵੇਂ ਕਿ, ਜੋ, ਜਿਹੜਾ, ਜਿਵੇਂ, ਜਦੋਂ, ਜੇ, ਕਿਉਂਕਿ, ਤਾਂ, ਤਦੇ ਹੀ ਆਦਿ। ਯੋਜਕਾਂ ਨੂੰ ਬਣਤਰ ਦੇ ਆਧਾਰ ਤੇ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਜਿਵੇਂ ਇਕਹਿਰੇ ਯੋਜਕ, ਜਿਹੜਾ ਯੋਜਕ ਇੱਕ ਹੀ ਸ਼ਬਦ ਦਾ ਬਣਿਆ ਹੁੰਦਾ ਹੈ ਉਸਨੂੰ ਇਕਹਿਰੇ ਯੋਜਕ ਕਹਿੰਦੇ ਹਨ। ਜਿਵੇਂ ਤੇ, ਅਤੇ, ਪਰ, ਕਿ, ਜਾਂ, ਭਾਵੇਂ ਆਦਿ। ਸੰਯੁਕਤ ਯੋਜਕ, ਜਿਹੜਾ ਯੋਜਕ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨਾਲ ਮਿਲ ਕੇ ਬਣਦਾ ਹੈ ਉਸਨੂੰ ਸੰਯੁਕਤ ਯੋਜਕ ਕਹਿੰਦੇ ਹਨ। ਜਿਵੇਂ ਇਸ ਲਈ, ਇਸ ਕਰਕੇ, ਤਾਂ ਕਿ, ਕਿਉਂਕਿ ਆਦਿ। ਸਹਿ ਸੰਬੰਧਕੀ ਜਾਂ ਟੁੱਟਵੇਂ ਯੋਜਕ, ਸਹਿ ਸੰਬੰਧਕੀ ਯੋਜਕ ਟੁੱਟਵੇਂ ਰੂਪ ਵਿੱਚ ਵਰਤੇ ਜਾਂਦੇ ਹਨ। ਜਿਨ੍ਹਾਂ ਵਾਕਾਂ ਵਿੱਚ ਇਸ ਪ੍ਰਕਾਰ ਦੇ ਯੋਜਕ ਵਰਤੇ ਜਾਂਦੇ ਹਨ ਉਨ੍ਹਾਂ ਵਿੱਚ ਕਿਸੇ ਹੋਰ ਸ਼ਬਦ ਸ਼੍ਰੇਣੀ ਦਾ ਤੁੱਤ ਜੁੜ ਕੇ ਆਉਂਦਾ ਹੈ। ਜਿਵੇਂ ਭਾਵੇਂ ਜ਼ੋਰ ਦਾ ਮੀਂਹ ਪੈ ਰਿਹਾ ਸੀ ਫਿਰ ਵੀ ਉਹ ਘਰੋਂ ਚੱਲ ਪਏ। ਵਿਸਮਿਕ, ਖੁਸ਼ੀ, ਗਮੀ, ਹੈਰਾਨੀ, ਭੈ, ਪ੍ਰਸ਼ੰਸਾ ਆਦਿ ਭਾਵਾਂ ਦੇ ਪ੍ਰਗਟਾਵੇ ਲਈ ਸੁਭਾਵਿਕ ਹੀ ਮੂੰਹੋਂ ਨਿਕਲੇ ਸ਼ਬਦ ਵਿਸਮਿਕ ਹੁੰਦੇ ਹਨ। ਜਿਵੇਂ ਵਾਹ, ਆਹਾ, ਹਾਏ, ਉਫ ਆਦਿ। ਵਿਸਮਿਕ ਸ਼ਬਦਾਂ ਨੂੰ ਅਸੀਂ ਇਵੇਂ ਵੀ ਪਰਿਭਾਸ਼ਿਤ ਕਰ ਸਕਦੇ ਹਾਂ, ਮਨ ਦੇ ਭਾਵ ਪ੍ਰਗਟ ਕਰਨ ਲਈ ਉਹ ਸ਼ਬਦ ਜੋ ਕਿਸੇ ਨੂੰ ਸੱਦਣ ਲਈ ਜਾਂ ਖੁਸ਼ੀ, ਗਮੀ, ਅਚਰਜਤਾ, ਦੁੱਖ ਆਦਿ ਦੇ ਪ੍ਰਗਟਾਵੇ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਵਿਸਮਿਕ ਕਹਿੰਦੇ ਹਨ। ਜਿਵੇਂ ਹਾਏ, ਨੀ, ਅੜੀਏ, ਓਏ ਆਦਿ। ਵਿਸਮਿਕ ਸ਼ਬਦਾਂ ਤੋਂ ਬਾਅਦ ਵਿਸਮਿਕ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਵਿਸਮਿਕ ਸ਼ਬਦਾਂ ਨੂੰ ਅਰਥਾਂ ਦੇ ਪੱਖ ਤੋਂ 9 ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਫਸਟ, ਪ੍ਰਸ਼ੰਸਾਵਾਚਕ ਵਿਸਮਿਕ, ਵਾਹ, ਬੱਲੇ ਬੱਲੇ, ਧੰਨ, ਅਸ਼ਕੇ, ਸ਼ਾਬਾਸ਼, ਬਲਿਹਾਰੇ, ਸਦਕੇ ਆਦਿ। ਹੈਰਾਨੀਵਾਚਕ ਵਿਸਮਿਕ, ਹੈ, ਬਲਾ ਬਲਾ, ਬਈ ਵਾਹ ਆਦਿ। ਇੱਛਾਵਾਚਕ ਵਿਸਮਿਕ, ਜੇ ਕਿਤੇ, ਹਾਏ ਜੇ, ਹਾਏ ਰੱਬਾ, ਕਾਸ਼ ਆਦਿ। ਸ਼ੋਕ ਵਾਚਕ ਵਿਸਮਿਕ, ਉਈ, ਅਫਸੋਸ, ਹਾਏ ਆਦਿ। ਸੰਬੋਧਨੀ ਵਾਚਕ ਵਿਸਮਿਕ, ਨੀ, ਵੇ, ਬੀਬਾ, ਏ, ਓਏ, ਅੜਿਆ, ਕੁੜੇ ਆਦਿ। ਸਤਿਕਾਰਵਾਚਕ ਵਿਸਮਿਕ, ਜੀ ਆਇਆਂ ਨੂੰ, ਧੰਨ ਭਾਗ, ਆਓ ਜੀ ਆਦਿ। ਫਿਟਕਾਰਵਾਚਕ ਵਿਸਮਿਕ, ਦੁਰ ਫਿਟੇ ਮੂੰਹ, ਤੇਰਾ ਕੱਖ ਨਾ ਰਹੇ, ਤੇਰਾ ਬੇੜਾ ਬਹਿ ਜਾਏ, ਲੱਖ ਲਾਂਤ ਆਦਿ।
ਅਸੀਸਵਾਚਕ ਵਿਸਮਿਕ, ਵਧੋ ਫੁੱਲੋ, ਜਿਉਂਦਾ ਵਸਦਾ ਰਹਿ, ਜੁਗੋ ਜੁਗ ਜੀਵੋ, ਖੁਸ਼ ਰਹੋ ਆਦਿ। ਸੂਚਨਾਵਾਚਕ ਵਿਸਮਿਕ, ਦੇਖੀ, ਬਚੀ, ਖਬਰਦਾਰ, ਜਾਗਦੇ ਰਹੋ, ਬਚ ਕੇ ਆਦਿ। ਪੰਜਾਬੀ ਸਾਹਿਤ ਅਤੇ ਵਿਆਕਰਨ ਨਾਲ ਰਿਲੇਟਿਡ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਟੌਪਿਕ 'ਤੇ ਵੀਡੀਓ ਅਪਲੋਡ ਕਰਾਂ ਤਾਂ ਪਲੀਜ਼ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਦੱਸੋ। ਥੈਂਕ ਯੂ।